ਸਭ ਤੋਂ ਪਹਿਲਾਂ ਤਾਂ ਜਿਹੜਾ ਕੋਲ ਮਾਫੀਆ ਉਹ ਸਾਡੇ ਤੇ ਬਹੁਤ ਜ਼ਿਆਦਾ ਹਾਵੀ ਹੋ ਚੁੱਕਿਆ। ਪਾਰਟੀਕੂਲਰ ਜਿਹੜਾ ਕੋਲਾ ਕਈ ਬੰਦੇ ਵੇਚਦੇ ਸੀ ਬਾਜ਼ਾਰ ਦੇ ਵਿੱਚ, ਅੱਜ ਉਹ ਇੱਕੋ ਹੀ ਬੰਦੇ ਦੇ ਹੱਥ ਦੇ ਵਿੱਚ ਆ ਚੁੱਕਾ। ਸਾਡੇ ਕੋਲੇ 3 ਗੱਡੀਆਂ ਨੇਗੀਆਂ। 15 ਦਿਨਾਂ ਤੋਂ ਬਿਲਕੁਲ ਗੱਡੀਆਂ ਸਾਡੀਆਂ ਵਿਹਲੀਆਂ ਖੜੀਆਂ ਨੇ। 3 ਗੱਡੀਆਂ ਨੇ ਮਗਰ 3 ਪਰਿਵਾਰ ਨੇ ਜਿਨ੍ਹਾਂ ਦੇ ਵਿੱਚ 10-10 ਜੀ ਆ। ਬਿਲਕੁਲ ਭੁੱਖੇ ਮਰਨ ਵਾਲਾ ਕੰਮ। ਦੇਖੋ ਜੀ, ਪਿਛਲੇ ਸਾਲ ਨਾਲ ਘੱਟੋ ਘੱਟ 2.5 ਗੁਣਾ ਰੇਟ ਜਿਹੜੇ ਹੁਣ ਤੱਕ ਵੱਧ ਚੁੱਕੇ। ਜਿਹੜਾ ਪੋਰਟ ਦੇ ਉੱਪਰ ਕੋਲਾ ਉਹ ਡੁਪਲੀਕੇਟ ਕੋਲਾ ਸ਼ੁਰੂ ਹੋ ਗਿਆ ਇਹਨਾਂ ਦਾ। ਉਹ ਟੈਸਟ ਹੀ ਨਹੀਂ ਕਰਦੇ। ਪਹਿਲਾਂ ਤਾਂ ਕੋਲਾ ਮਾਫੀਆ ਉੱਥੇ ਮਿਕਸ ਕਰਦਾ, ਕਿਉਂਕਿ ਕੋਲੇ ਦਾ ਰੇਟ ਬਹੁਤ ਜ਼ਿਆਦਾ ਉੱਚਾ ਜਾ ਚੁੱਕਿਆ। ਸਵੇਰੇ ਹੋਰ ਰੇਟ, ਸ਼ਾਮ ਨੂੰ ਕੋਈ ਹੋਰ ਰੇਟ। ਇਹ ਦਿਨ ਪ੍ਰਤੀ ਦਿਨ ਰੇਟ ਜਾਣੀ ਕਿ ਸੈਂਕੜਿਆਂ 'ਚ नहीं हज़ारों 'ਚ बढ़ा रहा है। भट्टे के प्रयोग में आने वाले कोयले में चल रही कोयला माफिया की धक्केशाही से ईंटों का भाव 4500 से बढ़कर 6500 तक पहुंच गया है। इस कारण लाखों मजदूर बेरोजगारी झेल रहे हैं और भट्टे से जुड़े ट्रांसपोर्ट के कर्मचारी भी भूखे मरने की नौबत पर हैं। भट्टा प्रयोग को सप्लाई होने वाले कोयले को पहले बहुत सारे व्यापारी खरीद फरोख्त करते थे, लेकिन अब इसकी खरीदो फरोख्त चंद व्यक्तियों के हाथ में आने से इसकी ब्लैक मार्केटिंग शुरू हो गई है, जिसके कारण पंजाब का भट्टा व्यापार बंद होने के कगार पर पहुंच चुका है। मेरा नाम संजीव कुमार दीपू है जी। भट्टा मालक एसोसीएशन जिला संगरूर का मैं प्रैस सकत्तर हाँ। दीपू, किस तरह की जी समस्या आ रही है हम? ये समस्या सानू कोले तो आ रही है जी, जो कि कोला माफिया ਇਹ ਦਿਨ ਪ੍ਰਤੀ ਦਿਨ ਰੇਟ ਜਾਣੀ ਕਿ ਸੈਂਕੜਿਆਂ 'ਚ नहीं हज़ारों 'ਚ ਵਧਾ ਰਿਹਾ ਹੈ। ਸਾਡਾ ਜੋ ਭੱਠੇ ਦਾ ਟਾਈਮ ਪੀਰੀਅਡ ਹੁੰਦਾ ਹੈ ਉਹ 30 ਜੂਨ ਲਾਸਟ ਹੁੰਦਾ ਜਦੋਂ ਸਾਡੇ ਇਹ ਭੱਠੇ ਐਕਚੁਅਲੀ ਬੰਦ ਹੁੰਦੇ ਮੌਸਮ ਦੇ ਹਿਸਾਬ ਨਾਲ। ਪਰ ਇਸ ਵਾਰ ਜੋ ਭੱਠੇ ਨੇਗੇ ਅਪ੍ਰੈਲ ਦੇ ਵਿੱਚ ਬੰਦ ਹੋਣੇ ਚਾਲੂ ਹੋ ਗਏ ਸੀ। ਪਿਛਲੇ ਸਾਲ ਜਦੋਂ ਭੱਠੇ ਦਾ ਸੀਜ਼ਨ ਸ਼ੁਰੂ ਹੋਇਆ ਉਦੋਂ ਕੋਲੇ ਦਾ ਰੇਟ 6500 ਤੋਂ ਲੈ ਕੇ 7000 ਰੁਪਏ ਰੇਟ ਸੀ, ਤੇ ਜੋ ਕਿਰਾਇਆ ਸੀਗਾ ਉਹ 24-2500 ਰੁਪਏ ਮਿਨੀਮਮ ਰੇਟ ਸੀਗਾ। 9-10 ਹਜ਼ਾਰ ਰੁਪਈਆਂ ਦਾ ਚੱਲਦਾ ਸੀਗਾ ਕੰਮ। ਤੇ ਭੱਠੇ ਜਿਵੇਂ ਜਿਵੇਂ ਰੇਟ ਵੱਧਦਾ ਗਿਆ ਉਵੇਂ ਉਵੇਂ ਭੱਠੇ ਬੰਦ ਹੋਣੇ ਚਾਲੂ ਹੋ ਗਏ, ਕਿਉਂਕਿ ਸਾਡੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਇਹ ਜਿਹੜਾ ਕੋਲਾ ਹੈਗਾ। ਇੱਟ ਦੇ ਉੱਤੇ ਬਹੁਤ ਜ਼ਿਆਦਾ ਖਰਚਾ, ਕਿਉਂਕਿ ਰੋਟੀ ਕੱਪੜਾ ਮਕਾਨ ਆਪਾਂ ਇਹ 3 ਚੀਜ਼ਾਂ ਹਰ ਇੱਕ ਬੰਦੇ ਵਾਸਤੇ ਜ਼ਰੂਰੀ ਮੰਨਦਾ, ਜਿਹਦੇ ਵਿੱਚੋਂ ਮਕਾਨ ਹੈ ਬਹੁਤ ਜ਼ਰੂਰੀ ਹੈ। ਪਰ ਮਕਾਨ ਬਣਾਉਣ ਵਾਸਤੇ ਅੱਜ ਗਰੀਬ ਆਦਮੀ ਨੂੰ ਵੀ ਅਸੀਂ ਵੀ ਦੇਖਦੇ ਹਾਂ, ਕਿਉਂ ਅਸੀਂ ਵੀ ਲੋਕਾਂ ਦੇ ਵਿੱਚ ਹੀ ਰਹਿੰਦੇ ਹਾਂ। ਸਾਡਾ ਪਹਿਲਾਂ ਰੇਟ 4000 ਤੋਂ ਲੈ ਕੇ 4500 ਸੀ। ਅੱਜ ਸਾਨੂੰ ਮਜਬੂਰਨ ਰੇਟ ਹੈ ਜਿਹੜਾ 6000 ਰੁਪਏ ਕਰਨਾ ਪੈ ਰਿਹਾ, ਪਰ 6000 ਵੇਚ ਕੇ ਵੀ ਸਾਨੂੰ ਕੋਈ ਇਹਦੇ ਵਿੱਚ ਕੋਈ ਲਾਹਾ ਨਹੀਂ ਹੈ, ਨੁਕਸਾਨ ਹੀ ਹੈ। ਤੁਸੀਂ ਦੇਖ ਰਹੇ ਹੋ ਜਿੱਥੇ ਕੋਲੇ ਦੇ ਢੇਰ ਅੰਬਾਰ ਲੱਗੇ ਹੁੰਦੇ ਸੀਗੇ, ਅੱਜ ਸਾਡੇ ਫੜ ਨੇ ਜਿਹੜੇ ਖਾਲੀ ਪਏ ਨੇ, ਤੇ ਅਸੀਂ ਸਰਕਾਰ ਕੰਨੀ ਝਾਕ ਰਹੇ ਹਾਂ ਵੀ ਸਰਕਾਰ ਕਿਸੇ ਲੋਟ ਇਹਦੇ ਵਿੱਚ ਕੋਈ ਆਪਦੀ ਦਖਲਅੰਦਾਜ਼ੀ ਕਰੇ ਤੇ ਕੋਲਾ ਜੋ ਕੋਲਾ ਮਾਫੀਆ ਉਹਦੇ ਹੱਥਾਂ 'ਚੋਂ ਕੋਲਾ ਕੱਢ ਕੇ ਭੱਠਿਆਂ ਨੂੰ ਫਿਰ ਉਸੇ ਦੌਰ 'ਚ ਲਿਆਉਣਾ ਜਾਵੇ। ਕਿਉਂਕਿ ਭੱਠੇ ਬੰਦ ਹੋਣ ਨਾਲ ਇਕੱਲਾ ਇਹ ਨਹੀਂ ਹੈ ਵੀ ਭੱਠੇ ਮਾਲਕਾਂ ਨੂੰ ਲਾਸ ਹੈ। ਇੱਕ ਲਗਭਗ ਪੰਜਾਬ ਦੇ ਵਿੱਚ 2500 ਭੱਠਾ ਹੈ, ਜਿਨ੍ਹਾਂ ਦੇ ਉੱਤੇ ਇੱਕ ਭੱਠੇ ਦੇ ਉੱਤੇ 200 ਪਰਿਵਾਰ ਜਿਹੜਾ ਭੱਠੇ ਦੇ ਉੱਤੇ ਹਾਜ਼ਰ ਕੰਮ ਕਰਦਾ ਹੈ, ਤੇ 500 ਪਰਿਵਾਰ ਭੱਠੇ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ, ਜਿਵੇਂ ਰਾਜ ਮਿਸਤਰੀ, ਦੂਜੀਆਂ ਲੇਬਰਾਂ। ਬਾਕੀ ਆ ਤੁਸੀਂ ਟਰੈਕਟਰ ਟਰਾਲੀਆਂ ਸਾਡੇ ਤੁਸੀਂ ਦੇਖਿਆ ਹੋਣਾ, ਭੱਠੇ ਦੇ ਉੱਤੇ ਟਰੱਕ ਵੀ ਖੜੇ ਆ, ਟਰੈਕਟਰ ਖਾਲੀ ਖੜੇ ਹੈਗੇ, ਸਾਰੀ ਲੇਬਰ ਵਿਹਲੀ ਬੈਠੀ ਹੈਗੀ, ਤੇ ਬਹੁਤ ਮਜਬੂਰ ਹੋ ਰਿਹਾ ਕੰਮ। ਉਹਨਾਂ ਕੋਲੇ ਵੀ ਜਿਵੇਂ ਇੱਕ ਵਾਰ ਤਾਂ ਕਹਿੰਦੇ ਸਰਕਾਰ ਵੀ ਅਸੀਂ ਇਹਨਾਂ ਨੂੰ ਗਰੀਬਾਂ ਨੂੰ ਜੀ ਰੋਟੀ ਦੇਵਾਂਗੇ, ਫ੍ਰੀ ਦੇਵਾਂਗੇ, ਪਰ ਇਹਨਾਂ ਨੂੰ ਕੰਮ ਦੀ ਜ਼ਰੂਰਤ ਹੈ। ਕੰਮ ਨੂੰ ਚਲਾਉਣ ਵਾਸਤੇ ਕੋਲੇ ਦਾ ਰੇਟ ਹੈ ਜਿਹੜਾ ਘਟਾਉਣਾ ਪੈਣਾ ਹੈ। ਸਰਕਾਰ ਨੂੰ ਇਹਦੇ 'ਚ ਦਖਲਅੰਦਾਜ਼ੀ ਦੇਣੀ ਪੈਣੀ ਹੈ, ਕਿਉਂਕਿ ਪੱਠਾ ਉਦਯੋਗ ਇੱਕ ਐਸਾ ਉਦਯੋਗ ਹੈ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਟੈਕਸ, ਜੇ ਮਿਨੀਮਮ ਵੀ ਲਾਈਏ 10 ਲੱਖ ਰੁਪਈਆ ਇੱਕ ਭੱਠਾ ਟੈਕਸ ਦਿੰਦਾ GST ਦੇ ਰੂਪ ਦੇ ਵਿੱਚ ਗੌਰਮੈਂਟ ਨੂੰ, ਤੇ 2500 ਭੱਠਾ ਪੰਜਾਬ ਦੇ ਵਿੱਚ ਹੈ। ਇਹ ਤੁਸੀਂ ਹਿਸਾਬ ਲਾ ਕੇ ਦੇਖ ਲਓ ਵੀ ਇਹਦੇ ਅੰਕੜਿਆਂ ਮੁਤਾਬਕ ਜੇ ਅੱਜ ਭੱਠਾ ਉਦਯੋਗ ਬੰਦ ਹੁੰਦਾ ਕਿੱਡਾ ਵੱਡਾ ਲਾਸ ਸਰਕਾਰ ਨੂੰ ਹੈ। ਵੀ ਇਸ ਕਰਕੇ ਸਾਡੀ ਤਾਂ ਇਹੀ ਮੰਗ ਹੈ ਵੀ ਜੇ ਰੇਟ ਇਸੇ ਤਰ੍ਹਾਂ ਹੀ ਜਿਵੇਂ ਅੱਜ 21000 ਦਾ ਰੇਟ ਲਗਭਗ ਹੋ ਚੁੱਕਿਆ, 17500 ਰੁਪਏ ਕੋਲੇ ਦਾ ਰੇਟ ਹੈ, ਤੇ 3000 ਤੋਂ 3500 ਦੀ ਉਹਦੇ ਕੈਰਜ ਪੈਣੀ ਹੈ। ਗੁਜਰਾਤ ਤੋਂ ਇਹ ਕੋਲਾ ਆਉਂਦਾ, USA ਦਾ ਕੋਲਾ। ਜੇ ਇਹੀ ਤਰੀਕੇ ਨਾਲ ਇਹ ਰੇਟ ਵੱਧਦਾ ਰਿਹਾ ਤਾਂ ਭੱਠੇ ਸਾਡੇ ਹਿਸਾਬ ਨਾਲ ਤਾਂ ਵੀ ਹੁਣ ਜਿਹੜਾ ਭੱਠੇ ਚੱਲਣ ਦਾ ਟਾਈਮ ਸੀ ਇਹ ਟੱਪਦਾ ਜਾ ਰਿਹਾ। ਲੇਬਰਾਂ ਵੀ ਆਈਆਂ ਬੈਠੀਆਂ ਨੇ ਭੱਠਿਆਂ ਦੇ, ਪਰ ਉਹ ਮਜਬੂਰ ਨੇ, ਭੱਠਿਆਂ ਵਾਲੇ ਵੀ ਮਜਬੂਰ ਨੇ, ਲੇਬਰਾਂ ਵੀ ਮਜਬੂਰ ਨੇ। ਇਸ ਕਰਕੇ ਵੀ ਹੁਣ ਚਲਾਉਣ ਤੋਂ ਅਸਮਰਥ ਹਾਂ।
ਜੇ ਇਸ ਨੂੰ ਕੋਲੇ ਦਾ ਰੇਟ ਨੀਚੇ ਆਉਂਦਾ ਹੈ ਤਾਂ ਪੱਠੇ ਚੱਲਣ ਦੀ ਹਾਲਾਤ 'ਚ ਹੋਣਗੇ। ਨਹੀਂ ਇਹ ਇੱਟਾਂ ਦੇ ਰੇਟ ਚਾਹੀਦੀ ਅਸੀਂ 7-8 ਕੁਛ ਕਰ ਦਈਏ, ਉਹਦੇ ਨਾਲ ਜਿਹੜੀਆਂ ਕੋਈ ਸਾਡੇ ਕੋਲੇ 5-5 7-7 ਲੱਖ ਇੱਟਾਂ ਨੇ, ਉਹਦੇ ਨਾਲ ਨਾ ਸਾਡਾ ਕੁਛ ਹੋਣਾ ਹੈ ਤੇ ਨਾ ਲੇਬਰ ਨੂੰ ਕੁਛ ਹੋਣਾ ਹੈਗਾ, ਤੇ ਬਹੁਤ ਵੱਡਾ ਲਾਸ ਹੋਣਾ ਹੈ। ਦੇ ਵਿੱਚ ਦਿੱਕਤਾਂ ਆਉਂਦੀਆਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਕੋਲ ਮਾਫੀਆ ਉਹ ਸਾਡੇ ਤੇ ਬਹੁਤ ਜ਼ਿਆਦਾ ਹਾਵੀ ਹੋ ਚੁੱਕਿਆ। ਪਾਰਟੀਕੂਲਰ ਜਿਹੜਾ ਕੋਲਾ ਕਈ ਬੰਦੇ ਵੇਚਦੇ ਸੀ ਬਾਜ਼ਾਰ ਦੇ ਵਿੱਚ, ਅੱਜ ਉਹ ਇੱਕੋ ਹੀ ਬੰਦੇ ਦੇ ਹੱਥ ਦੇ ਵਿੱਚ ਆ ਚੁੱਕਿਆ, ਜਿਹਦੇ ਕਰਕੇ ਬਲੈਕ ਮਾਰਕੀਟ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਇੱਕ ਭੱਠੇ ਦੇ ਉੱਤੇ ਕੋਲਾ ਆਉਂਦਾ ਸੀ 10,000 ਤੋਂ ਲੈ ਕੇ 11,000 ਦੇ ਰੇਟ 'ਚ, ਅੱਜ ਉਹੀ ਕੋਲਾ ਸਾਨੂੰ 18,000 ਤੋਂ ਲੈ ਕੇ 21,000 ਦੇ ਵਿੱਚ ਪੇ ਕਰਨਾ ਪੈ ਰਿਹਾ, ਔਰ ਜਿਹਦੇ ਨਾਲ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਮਕਾਨ ਬਣਾਉਣਾ। ਤਾਂ ਜਿਹੜਾ ਇੱਟ ਦਾ ਰੇਟ ਅਸੀਂ 4,000 ਤੋਂ ਲੈ ਕੇ 4,500 ਵੇਚਦੇ ਸੀ, ਅੱਜ ਉਹੀ ਇੱਟ ਸਾਨੂੰ 6,000 ਤੋਂ ਲੈ ਕੇ 6,500 ਰੁਪਏ ਵੇਚਣੀ ਪੈ ਰਹੀ ਹੈ, ਜਿਹਦੇ ਕਾਰਨ ਗਾਹਕ ਨੂੰ ਆਪਣਾ ਕੰਮ ਵਿਚਾਲੇ ਰੋਕਣਾ ਪੈ ਰਿਹਾ ਹੈ। ਕੋਈ ਵੀ ਇੰਡਸਟਰੀਲਿਸਟ ਆਪਣੀ ਇੰਡਸਟਰੀ ਨਹੀਂ ਸ਼ੁਰੂ ਕਰ ਰਿਹਾ। ਤੇ ਜੇ ਅਸੀਂ ਗੱਲ ਕਰੀਏ ਸਾਡੀ ਲੇਬਰ ਦੀ, ਜਿਹੜੇ ਬੰਦੇ ਦਾ ਰੁਜ਼ਗਾਰ ਡੇਲੀ ਸਾਡੇ ਭੱਠੇ ਤੋਂ ਹੀ ਸ਼ੁਰੂ ਹੁੰਦਾ, ਤਾਂ ਉਹ ਬੰਦੇ ਸਾਰੇ ਵਿਹਲੇ ਹੋ ਚੁੱਕੇ ਨੇ, ਕਿਉਂਕਿ ਕੋਈ ਗਾਹਕ ਇੱਟ ਨਹੀਂ ਲੈਣ ਆ ਰਿਹਾ। ਉਹ ਲੇਬਰ ਵਾਲੇ ਭੁੱਖੇ ਮਰਨ ਦੀ ਕਗਾਰ 'ਤੇ ਨੇ। ਸਾਡੇ ਭੱਠੇ ਦੇ ਉੱਤੇ 500 ਤੋਂ ਲੈ ਕੇ 600 ਮਜ਼ਦੂਰ ਕੰਮ ਕਰਦਾ, ਉਹ 500-600 ਮਜ਼ਦੂਰ ਹੁਣ ਸਾਡੇ ਕੋਲੇ ਵਿਹਲਾ ਬੈਠਾ ਸਾਡੇ ਤੋਂ ਵੀ ਦੇਖਿਆ ਨਹੀਂ ਜਾ ਰਿਹਾ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਸ ਕੋਲੇ ਦੇ ਰੇਟ ਨੂੰ ਠੀਕ ਕੀਤਾ ਜਾਵੇ। ਕਿੰਨਾ ਕੁ ਕੋਲੇ ਦੀ ਲੋੜ ਪੈਂਦੀ ਹੈ ਇੱਟਾਂ ਨੂੰ ਬਣਾਉਣ ਵਾਸਤੇ? ਤਕਰੀਬਨ 1 ਲੱਖ ਇੱਟ ਦੇ ਉੱਤੇ ਜੀ ਸਾਡਾ 15 ਤੋਂ ਲੈ ਕੇ 17 ਟਨ ਕੋਲੇ ਦੀ ਖਪਤ ਹੁੰਦੀ ਹੈ, ਤੇ ਸਾਡੇ ਭੱਠੇ ਦੇ ਉੱਤੇ 90% ਖਪਤ ਜੋ ਸਾਡੀ ਰੇਸ਼ੋ ਹੈ ਉਹ ਕੋਲੇ ਤੇ ਲੱਗਦੀ ਹੈ, ਔਰ ਕੋਲੇ ਦੀ ਹੀ ਸਾਨੂੰ ਸਭ ਤੋਂ ਵੱਡੀ ਮਾਰ ਪੈ ਰਹੀ ਹੈ। ਹਰ ਭੱਠੇ ਵਾਲਾ ਮਜਬੂਰ ਹੋ ਰਿਹਾ ਹੈ ਕਿ ਉਹ ਭੱਠਾ ਚਲਾਵੇ ਕਿ ਨਾ ਚਲਾਵੇ, ਸੋਚਣ ਲਈ ਮਜਬੂਰ ਹੋ ਰਿਹਾ। ਅੱਜ ਕੋਲੇ ਦਾ ਰੇਟ 17,000 ਹੈ, ਕੱਲ੍ਹ ਉਹ 20 ਤੇ ਜਾ ਸਕਦਾ, ਤਾਂ ਅਸੀਂ ਗਾਹਕ ਨੂੰ ਕੀ ਰੇਟ ਇੱਟਾਂ ਵੇਚੀਏ, ਕਿਵੇਂ ਬਣਾਈਏ, ਅਸੀਂ ਖੁਦ ਵੀ ਵਿਵਸ਼ ਹੋ ਰਹੇ ਹਾਂ। ਕੋਈ ਪ੍ਰੋਟੈਸਟ ਵੀ ਕੀਤਾ ਤੁਸੀਂ? ਪ੍ਰੋਟੈਸਟ ਅਸੀਂ ਕੀਤਾ ਜੀ, ਅਸੀਂ ਗੌਰਮੈਂਟ ਨੂੰ ਮਤਲਬ ਕੀਤਾ, ਅਸੀਂ 3 ਦਿਨ ਦੀ ਬਾਕਾਇਦਾ ਹੜਤਾਲ ਵੀ ਰੱਖੀ ਹੈ, ਸੇਲ ਬੰਦ ਰੱਖੀ ਹੈ, ਲੇਕਿਨ ਹਾਲੇ ਤੱਕ ਗੌਰਮੈਂਟ ਦਾ ਸਾਡੇ ਨਾਲ ਕੋਈ ਮੈਸੇਜ ਨਹੀਂ ਆਇਆ, ਕੋਈ ਮੀਟਿੰਗ ਨਹੀਂ ਹੋਈ। ਪਰ ਅਸੀਂ ਮਜਬੂਰ ਹਾਂ, ਸਾਨੂੰ ਲੱਗਦਾ ਵੀ ਸ਼ਾਇਦ ਇਹ ਪ੍ਰੋਟੈਸਟ ਸਾਨੂੰ ਅੱਗੇ ਵੀ ਕਰਨਾ ਪੈ ਸਕਦਾ ਹੈ, ਪਰ ਇਹਨਾਂ ਰੇਟਾਂ ਦੇ ਵਿੱਚ ਅਸੀਂ ਭੱਠੇ ਚਲਾਈਏ ਜਾਂ ਗਾਹਕ ਨੂੰ ਇੱਟਾਂ ਵੇਚੇ, ਸਾਨੂੰ ਨਹੀਂ ਲੱਗਦਾ ਕਿ ਇਹ ਜਾਇਜ਼ ਹੈ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਰਾਧੇ ਗੋਇਲ ਤੇ ਮੈਂ ਲਹਿਰੇ ਭੱਠਾ ਚਲਾਉਣਾ। ਭੱਠੇ ਦੀ ਜਿਹੜੀ ਦਿੱਕਤ ਆ ਸਾਨੂੰ ਆ ਰਹੀ ਹੈ ਇਸ ਟਾਈਮ, ਕੋਲਾ ਮਾਫੀਆ ਦੀ ਦਿੱਕਤ ਆ ਰਹੀ ਹੈ। ਕੋਲੇ ਦੇ ਰੇਟ ਬਹੁਤ ਜ਼ਿਆਦਾ ਇਨਕਰੀਜ਼ ਹੋ ਗਏ, ਤੇ ਦੂਸਰਾ ਕੋਲਾ ਰੇਟ ਪਲੱਸ ਹੋਣ ਦੇ ਨਾਲ ਨਾਲ ਜਿਹੜਾ ਪੋਰਟ ਦੇ ਉੱਪਰ ਕੋਲਾ ਉਹ ਡੁਪਲੀਕੇਟ ਕੋਲਾ ਸ਼ੁਰੂ ਹੋ ਗਿਆ ਇਹਨਾਂ ਦਾ। ਉਹ ਟੈਸਟ ਹੀ ਨਹੀਂ ਕਰਦੇ। ਪਹਿਲਾਂ ਤਾਂ ਕੋਲਾ ਮਾਫੀਆ ਉੱਥੇ ਮਿਕਸ ਕਰਦਾ, ਫਿਰ ਦੂਸਰੇ ਨੰਬਰ ਤੇ ਟਰੱਕ ਵਾਲੇ ਮਿਕਸ ਕਰਦੇ ਨੇ, ਟਰਾਂਸਪੋਰਟ ਮਿਕਸ ਕਰਦੀ ਹੈ, ਜਿਹਦੇ ਵਿੱਚ ਸਾਨੂੰ ਭੱਠੇ ਨੂੰ ਹੋਰ ਜ਼ਿਆਦਾ ਕੋਲੇ ਦੀ ਕੋਸਟ ਵੱਧ ਜਾਂਦੀ ਹੈ, ਤੇ ਜਿਹਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਲ ਮਾਫੀਆ ਦੇ ਵਿੱਚ। ਕੰਪਨੀ ਉੱਥੇ ਜੇ ਅਸੀਂ ਉੱਥੇ ਗੱਲ ਕਰਦੇ ਹਾਂ, ਉੱਥੇ ਉਹਨਾਂ ਨੂੰ ਟਰਾਲਾ ਬਾਉਂਡ ਕਰਦੇ ਹਾਂ, ਫਿਰ ਉਹ ਕੀ ਕਰਦੇ ਆ, ਸਾਡੀ ਟਰਾਂਸਪੋਰਟ ਨੂੰ ਬੰਦ ਕਰ ਦਿੰਦੇ ਵੀ ਉਸ ਭੱਠੇ ਤੇ ਕੋਲਾ ਨਹੀਂ ਜਾਊਗਾ, ਕਿਉਂਕਿ ਉਹ ਡੁਪਲੀਕੇਟ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਉੱਥੇ ਜਾ ਕੇ। ਤੇ ਕੋਲਾ ਹੈ ਨਹੀਂ? ਹੁਣ ਕਿਸੇ ਵੀ ਭੱਠੇ ਤੇ ਕੋਈ ਕੋਲਾ ਨਹੀਂ ਹੈਗਾ। ਉਹਦਾ ਕਾਰਨ ਇਹ ਆ ਕਿਉਂਕਿ ਸਾਡੇ ਕੋਲੇ ਕੋਲਾ ਮੰਗਵਾਉਣ ਵਾਸਤੇ ਪੈਸੇ ਨਹੀਂ ਹੈਗੇ, ਕਿਉਂਕਿ ਕੋਲੇ ਦਾ ਰੇਟ ਬਹੁਤ ਜ਼ਿਆਦਾ ਉੱਚਾ ਜਾ ਚੁੱਕਿਆ। ਸਵੇਰੇ ਹੋਰ ਰੇਟ, ਸ਼ਾਮ ਨੂੰ ਕੋਈ ਹੋਰ ਰੇਟ। ਅੱਜ ਤੱਕ ਕਦੇ ਇਤਿਹਾਸ 'ਚ ਇਹ ਚੀਜ਼ ਨਹੀਂ ਹੋਈ, ਪਹਿਲੀ ਵਾਰ ਇਤਿਹਾਸ 'ਚ ਇਹ ਚੀਜ਼ ਹੋਈ ਆ ਕਿ ਸਵੇਰੇ ਰੇਟ ਹੋਰ, ਸ਼ਾਮ ਨੂੰ ਕੋਈ ਹੋਰ। ਘੱਟ ਤੋਂ ਘੱਟ 1500 ਬੰਦਾ ਡਾਇਰੈਕਟ ਇਨਡਾਇਰੈਕਟ ਭੱਠੇ ਉੱਪਰ ਡਿਪੈਂਡ ਕਰਦਾ, ਜੋ ਕਿ ਸਭ ਵਿਹਲੇ ਹੋ ਗਏ, ਸਭ ਵਿਹਲੇ ਹੋ ਗਏ। ਇਹਦੇ ਕਰਕੇ ਵਿਕਰੀ ਤੇ ਵੀ ਅਸਰ ਪਿਆ ਤੁਹਾਡੀ? ਵਿਕਰੀ ਤੇ ਪੂਰਾ ਅਸਰ ਪੈ ਰਿਹਾ ਜੀ। ਵਿਕਰੀ ਤੇ ਤੁਸੀਂ ਐਂ ਲਾ ਲਓ 10% ਵੀ ਵਿਕਰੀ ਨਹੀਂ ਰਹੀ, ਕਿਉਂਕਿ ਕੁਝ ਲੋਕ ਤਾਂ ਵੇਟ ਕਰਨ ਲੱਗੇ ਵੀ ਹਾਂ ਰੁਕ ਜਾਓ। ਕੁਝ ਲੋਕ ਸਬਸਟੀਟਿਊਸ਼ਨ ਲੱਭ ਰਹੇ ਨੇਗੇ ਵੀ ਅਸੀਂ ਟਾਈਮ ਪਾਸ ਕਰ ਲਈਏ, ਥੋੜ੍ਹਾ ਜਿਹਾ ਰੁਕ ਜਾਈਏ। ਸੋ ਇਸ ਕਰਕੇ 10% ਵੀ ਸੇਲ ਨਹੀਂ ਹੋ ਨਹੀਂ ਰਹੀ ਇਸ ਟਾਈਮ। ਕੀ ਨਾਮ ਹੈ ਜੀ ਤੁਹਾਡਾ? ਨਿਤਿਨ ਕੁਮਾਰ ਮੇਰਾ ਨਾਮ। ਨਿਤਿਨ, ਜਿਵੇਂ ਕੋਲੇ ਦਾ ਰੇਟ ਵਧਿਆ ਹੈਗਾ, ਤਾਂ ਉਹਦੇ ਕਰਕੇ ਤੁਹਾਡੇ ਇੱਟਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧੇ ਨੇ। ਜਿਵੇਂ ਕੱਚੀਆਂ ਇੱਟਾਂ ਪਈਆਂ, ਕੀ ਕਹਿਣਾ ਚਾਹੁੰਦੇ ਹੋ, ਕਿੰਨੀ ਕੁ ਸਮੱਸਿਆ ਦਾ ਸਾਹਮਣਾ ਕਰਨਾ? ਦੇਖੋ ਜੀ, ਇਸ ਟਾਈਮ ਭੱਠਾ ਇੰਡਸਟਰੀ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਜ਼ਿਆਦਾ ਭੱਠੇ ਵਾਲੇ ਨੇ ਇਨਵੈਸਟਮੈਂਟ ਕਰ ਰੱਖੀ ਹੈ, ਪਰ ਹੁਣ ਕੋਲੇ ਦੇ ਰੇਟ ਇੰਨੇ ਵੱਧ ਚੁੱਕੇ ਨੇ ਵੀ ਅਸੀਂ ਉਹਨੂੰ ਕੋਲੇ ਨੂੰ ਮੰਗਾਉਣ ਤੋਂ ਅਸਮਰਥ ਹਾਂ, ਕਿਉਂਕਿ ਸੌਆਂ ਦੇ ਹਿਸਾਬ ਨਾਲ ਹੀ, ਹਜ਼ਾਰਾਂ ਦੇ ਹਿਸਾਬ ਨਾਲ ਡੇ ਬਾਈ ਡੇ ਕੋਲੇ ਦੇ ਰੇਟ ਵੱਧ ਰਹੇ ਨੇ। ਆਹ ਦੇਖੋ ਮਸ਼ੀਨਾਂ ਖੜੀਆਂ, ਅਸੀਂ ਇਹਨਾਂ 'ਤੇ ਪੈਸੇ ਲਾ ਚੁੱਕੇ ਹਾਂ। ਕੱਚੀ ਇੱਟ ਸਾਡੇ ਲਵੇ ਤਿਆਰ ਪਈ ਹੈ, ਪਰ ਅਸੀਂ ਇਹਨੂੰ ਫੂਕ ਨਹੀਂ ਸਕਦੇ, ਕਿਉਂਕਿ ਸਾਡੇ ਲਵੇ ਕੋਲਾ ਮੰਗਾਉਣ ਤੋਂ ਅਸੀਂ ਅਸਮਰਥ ਹਾਂ। ਕੋਲਾ ਮਾਫੀਆ ਨੇ ਇੰਨੇ ਰੇਟ ਜ਼ਿਆਦਾ ਵਧਾਤੇ ਵੀ ਅਸੀਂ ਉਹ ਖਰੀਦਣ ਤੋਂ ਮਜਬੂਰ ਹਾਂ। ਪਿਛਲੇ ਸਾਲ ਨਾਲੋਂ ਕਿੰਨੇ ਕੁ ਪਰਸੈਂਟ ਜਿਹੜਾ ਕੋਲੇ ਦਾ ਰੇਟ? ਦੇਖੋ ਜੀ, ਪਿਛਲੇ ਸਾਲ ਨਾਲ ਘੱਟੋ ਘੱਟ 2.5 ਗੁਣਾ ਰੇਟ ਜਿਹੜੇ ਹੁਣ ਤੱਕ ਵੱਧ ਚੁੱਕੇ ਨੇ। 284% ਰੇਟ ਨੇ ਜਿਹੜੇ ਉਹ ਵੱਧ ਚੁੱਕੇ, ਮਤਲਬ ਡੇ ਬਾਈ ਡੇ ਹੁਣ ਵੀ ਵੱਧ ਰਹੇ ਨੇ। ਤੇ ਜਿਹੜੀ ਕੋਲੇ ਦੀ ਕੁਆਲਿਟੀ ਹੈ ਉਹ ਇੰਨੀ ਡਾਊਨ ਆ ਰਹੀ ਹੈ ਵੀ ਮਤਲਬ ਅਸੀਂ ਕੁਝ ਦੱਸ ਨਹੀਂ ਸਕਦੇ। ਗਿੱਲਾ ਕੋਲਾ ਆ ਰਿਹਾ ਤੇ ਡੁਪਲੀਕੇਟ ਕੋਲਾ ਆ ਰਿਹਾ। ਰੇਟ ਵਧਣ ਦੇ ਬਾਅਦ ਨਾਲ ਕੁਆਲਿਟੀ ਵੀ ਬਹੁਤ ਡਾਊਨ ਆ ਰਹੀ ਹੈ। ਤੁਹਾਡੇ ਫੜ ਫਿਰ ਖਾਲੀ ਪਏ ਨੇ? ਬਿਲਕੁਲ ਖਾਲੀ ਪਏ ਨੇ ਜੀ, ਸਾਰਾ ਕੁਝ ਲਵੇ ਤਿਆਰ ਹੈ, ਲੇਬਰ ਵਿਹਲੀ ਬੈਠੀ ਹੈ। ਕੱਚਾ ਮਾਲ ਸਿਰਫ ਕੋਲੇ ਕਰਕੇ ਜਿਹੜਾ ਸਾਡਾ ਕੰਮ ਖੜਾ ਹੈ, ਸਾਡੀ ਜਿਹੜੀ ਭੱਠਾ ਇੰਡਸਟਰੀ ਹੈ ਅੱਜ ਜਮੀ ਤਬਾਹ ਹੋਣ ਦੇ ਕੰਢੇ ਹੈ, ਸਿਰਫ ਕੋਲੇ। ਆਸ ਲੱਗਦੀ ਹੈ? ਦੇਖੋ ਜੀ, ਹਜੇ ਕੋਈ ਆਸ ਨਹੀਂ। ਰੋਜ਼ ਅਸੀਂ ਗੱਲਬਾਤ ਕਰਦੇ ਹਾਂ, ਕੋਲੇ ਜਿਹੜੇ ਕੋਲ ਸਪਲਾਈ ਕਰਦੇ ਉਹਨਾਂ ਨਾਲ ਗੱਲਬਾਤ ਕਰਦੇ, ਹੋਰ ਕਰਦੇ, ਪਰ ਸਾਨੂੰ ਕੋਈ
ਸਰਕਾਰਾਂ ਦੇ ਅਸੀਂ ਬਹੁਤ ਮਤਲਬ ਪਹਿਲਾਂ ਅਸੀਂ ਸੇਲ ਬੰਦ ਰੱਖੀ ਹੈ। ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਹੁਣ ਵੀ ਸਰਕਾਰ ਤੱਕ ਪੂਰੀ ਗੱਲ ਪਹੁੰਚਾ ਰਹੇ ਹਾਂ ਵੀ ਕਿਸੇ ਹਿਸਾਬ ਨਾਲ ਕੋਲਾ ਮਾਫੀਆ ਨੂੰ ਨੱਥ ਪਾਈ ਜਾਵੇ, ਤਾਂ ਜੋ ਭੱਠਾ ਚੱਲਣ ਦੇ ਨਾਲ ਨਾਲ ਸਾਰਿਆਂ ਨੂੰ ਰੁਜ਼ਗਾਰ ਮਿਲੇ, ਅਸੀਂ ਵੀ ਆਪਦੇ ਕੰਮ ਲੱਗਦੇ ਹੋਈਏ। ਇਸ ਟਾਈਮ ਅਸੀਂ ਪੂਰੀ ਟੈਨਸ਼ਨ 'ਚ ਹਾਂ ਕਿਉਂਕਿ ਅਸੀਂ ਆਪਦਾ ਭੱਠਾ ਚਲਾ ਨਹੀਂ ਸਕਦੇ। ਅਸੀਂ ਆਪਣੀ ਸਾਰੇ ਪੈਸੇ ਭੱਠੇ 'ਤੇ ਇਨਵੈਸਟ ਕਰ ਰੱਖੇ ਨੇ, ਪਰ ਕੋਲੇ ਕਰਕੇ ਜਿਹੜਾ ਸਾਡਾ ਕੰਮ ਹੈ ਉਹ ਖੜਾ ਹੈ, ਲੇਬਰ ਸਾਡੀ ਵਿਹਲੀ ਬੈਠੀ ਹੈ। ਕੀ ਨਾਮ ਹੈ ਵੀਰੇ? ਅਵਤਾਰ ਸਿੰਘ ਜੀ। ਅਵਤਾਰ ਸਿੰਘ, ਕੀ ਕੰਮ ਕਰਦੇ ਹੋ? ਅਸੀਂ ਭੱਠੇ ਤੇ ਟਰੱਕ ਚਲਾਉਂਦੇ ਹਾਂ ਜੀ। ਕੀ ਸਮੱਸਿਆ ਆ ਰਹੀ ਹੈ? ਜਿਵੇਂ ਹੁਣ ਕੋਲੇ ਦਾ ਰੇਟ ਵੱਧ ਗਿਆ, ਤੁਹਾਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਕੋਲਾ ਲੈ ਕੇ ਇੱਟਾਂ ਲੈ ਕੇ ਜਾਂਦੇ ਹੋ ਜਾਂ ਨਹੀਂ ਲੈ ਕੇ ਜਾਂਦੇ? ਕੀ ਸਮੱਸਿਆ, ਸਾਰੀ ਜਾਣਕਾਰੀ ਦਿਓ। ਇਹਦੀ ਸਮੱਸਿਆ ਬਹੁਤ ਜ਼ਿਆਦਾ ਹੈ ਜੀ। ਇੰਨੀ ਕੁ ਜ਼ਿਆਦਾ ਸਮੱਸਿਆ ਆ ਗਈ ਕਿ ਇੱਟ ਦਾ ਰੇਟ ਬਹੁਤ ਜ਼ਿਆਦਾ ਹੋ ਗਿਆ। ਇੱਟ ਦਾ ਰੇਟ ਕਿਉਂ ਜ਼ਿਆਦਾ ਹੋਇਆ? ਇਹ ਸਰਕਾਰ ਨੇ ਕੋਲੇ ਦਾ ਰੇਟ ਹਾਈ ਲੈਵਲ ਤੇ ਵਧਾਤਾ, ਇਸ ਕਰਕੇ ਹੁਣ ਇੱਟ ਅੱਗੇ ਵਿਕ ਨਹੀਂ ਰਹੀ। ਇੱਟ ਦਾ ਰੇਟ ਭੱਠੇ ਵਾਲੇ ਬਾਬੂ ਨੂੰ ਵਧਾਉਣਾ ਪਿਆ। ਸਾਡੇ ਕੋਲੇ 3 ਗੱਡੀਆਂ ਨੇਗੀਆਂ, 15 ਦਿਨਾਂ ਤੋਂ ਬਿਲਕੁਲ ਗੱਡੀਆਂ ਸਾਡੀਆਂ ਵਿਹਲੀਆਂ ਖੜੀਆਂ ਨੇ। ਇਹਦਾ ਮਤਲਬ ਸਾਡਾ ਕੰਮ ਕਗਾਰ ਤੇ ਆ ਗਿਆ, ਬੰਦ ਹੋਣ ਦੇ ਕੰਢੇ ਤੇ ਆ ਗਿਆ। ਜੇ ਕੋਲੇ ਦਾ ਰੇਟ ਨਾ ਘਟਿਆ, ਐਤਕੀ ਭੱਠੇ ਚੱਲਣੇ ਹੀ ਨਹੀਂ ਹੈਗੇ ਜੀ। ਜੇ ਭੱਠੇ ਨਾ ਚੱਲੇ ਤਾਂ ਘੱਟੋ ਘੱਟ ਅਸੀਂ 3 ਗੱਡੀਆਂ ਦੇ ਮਗਰ 3 ਪਰਿਵਾਰ ਨੇ, ਜਿਨ੍ਹਾਂ ਦੇ ਵਿੱਚ 10-10 ਜੀ ਆ, ਬਿਲਕੁਲ ਭੁੱਖੇ ਮਰਨ ਵਾਲਾ ਕੰਮ ਹੋ ਜਾਣਾ। ਡੀਜ਼ਲ ਦਾ ਰੇਟ ਵੀ ਬਹੁਤ ਜ਼ਿਆਦਾ ਵੱਧ ਗਿਆ, ਉਸ ਕਰਕੇ ਨਾ ਤਾਂ ਭਾੜਾ ਉਹਨਾਂ ਵੱਧ ਰਿਹਾ ਹੈਗਾ। ਉਹਨੇ ਸਰਕਾਰ ਨੇ ਡੀਜ਼ਲ ਤੇ GST ਇੰਨੀ ਵਧਾਤੀ ਵੀ ਕਹਿ ਨਹੀਂ ਸਕਦੇ ਕੁਛ ਅਸੀਂ। ਅੱਛਾ, ਤੇ ਜਿਹੜੀਆਂ ਇੱਟਾਂ ਲੈ ਕੇ ਜਾਂਦੇ ਹੋ, ਕਿੱਥੇ ਕਿੱਥੇ ਲੈ ਕੇ ਜਾਂਦੇ ਹੋ ਤੁਸੀਂ ਜਿਹੜੇ ਟਰੱਕ ਲੈ ਕੇ? ਸਾਡੀਆਂ ਇੱਟਾਂ ਜੀ ਮੋਹਾਲੀ, ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਆਪਣਾ ਜਲੰਧਰ, ਪਠਾਨਕੋਟ ਸਾਈਡ ਜਾਂਦੀਆਂ ਨੇਗੀਆਂ, ਜਿਹੜੀਆਂ ਬਿਲਕੁਲ ਹੁਣ ਬੰਦ ਨੇ। ਵੀ ਇੱਟ ਦੀ ਵਿਕਰੀ ਇੰਨੀ ਘਟ ਗਈ, ਰੇਟ ਜ਼ਿਆਦਾ ਹੋਣ ਕਰਕੇ ਸਭ ਕੁਝ ਬਿਲਕੁਲ ਬੰਦ ਪਿਆ ਸਿਸਟਮ। ਆਹ ਲੇਬਰ ਵਾਲੇ ਨੇ ਇੱਥੇ ਬੈਠੇ ਨੇ, ਵਿਹਲੇ ਬੈਠੇ ਨੇਗੇ। ਆਉਂਦੇ ਹਾਂ, ਰੋਟੀ ਖਾ ਕੇ ਘਰ ਮੁੜ ਜਾਂਦੇ ਹਾਂ। ਹੁਣ ਦੇਖਦੇ ਹਾਂ ਵੀ ਬਾਬੂ ਕੀ ਪਤਾ ਕਿੰਨੇ ਕੁ ਦਿਨ ਤਨਖਾਹ ਦੇਣਗੇ ਵਿਹਲੇ ਬੈਠਿਆਂ ਨੂੰ। ਕੋਈ ਕਿਸੇ ਕੋਲ ਇੰਨੇ ਦੇ ਨਹੀਂ ਸਕਦਾ ਨਾ। ਜੇ ਕੰਮ ਚੱਲੂਗਾ ਤਾਂ ਅੱਗੇ ਉਹ ਤਨਖਾਹ ਦੇਣਗੇ। ਕੀ ਨਾਮ ਹੈ ਬਈ? ਗੁਰਪ੍ਰੀਤ ਸਿੰਘ ਜੀ। ਕੀ ਕੰਮ ਕਰਦੇ ਹੋ? ਭੱਠੇ ਦਾ ਕੰਮ ਕਰਦੇ ਆ ਜੀ। ਕੀ ਸਮੱਸਿਆ ਆ ਰਹੀ ਹੈ ਹੁਣ ਭੱਠੇ ਤੇ? ਕੀ ਦਿੱਕਤਾਂ ਹੈ ਜਿਹੜੀਆਂ ਤੁਸੀਂ ਵਿਹਲੇ ਬੈਠੇ ਹੋ? ਕਾਰਨ ਕੀ ਹੈ? ਕਾਰਨ ਜੀ ਕੋਲੇ ਦਾ ਰੇਟ ਹਾਈ ਹੋਇਆ ਜੀ, ਤਾਂ ਕਰਕੇ ਦਿੱਕਤ ਆ ਰਹੀ ਹੈ ਸਾਨੂੰ ਜੀ ਕੰਮ ਦੀ। ਇੱਟਾਂ ਦਾ ਰੇਟ ਵੱਧ ਰਿਹਾ ਹੈਗਾ, ਇੱਟਾਂ ਘਟਣੀ ਚਾਹੀਦੀਆਂ ਨੇ, ਕੋਲਾ ਘਟਣਾ ਚਾਹੀਦਾ ਜੀ। ਅਸੀਂ ਵਿਹਲੇ ਬੈਠੇ ਆਂਗੇ, ਕੰਮ ਨਹੀਂ ਸਾਡੇ ਕੋਲ ਹੈਗਾ। ਅਸੀਂ ਆਹ ਦੇਖ ਲਓ ਕਿੰਨੇ ਜਣੇ ਆ ਜੀ, ਬਿਲਕੁਲ ਹੀ ਫ੍ਰੀ ਆ। ਕਿੰਨੀ ਲੇਬਰ ਮਿਲਦੀ ਸੀ? ਕਿੰਨੇ ਇੱਟਾਂ ਤੁਸੀਂ ਕੱਢਦੇ ਸੀਗੇ? ਅਸੀਂ ਇੱਟ ਘੱਟੋ ਘੱਟ 30-40 ਹਜ਼ਾਰ ਕੱਢਦੇ ਸੀਗੇ ਜੀ। ਵਧੀਆ ਦਿਹਾੜੀ 300-400 ਰੁਪਏ ਸਾਡਾ ਦਿਹਾੜੀ ਦਾ ਬਣਦਾ ਸੀਗਾ ਜੀ। 10 ਦਿਨ ਹੋ ਗਏ ਬਿਲਕੁਲ ਹੀ ਫ੍ਰੀ ਵਿਹਲੇ ਆ, ਨਾ ਸਾਡੇ ਕੋਲ ਕੰਮ ਹੈਗਾ ਤੇ ਨਾ ਹੀ ਇਹ ਰੇਟ ਘਟਾਉਂਦੇ ਨਾ ਕੋਲੇ ਰੇਟ ਘਟਾਉਂਦੇ ਨੇ ਜੀ। ਇਹਦੇ ਨਾਲ ਕਿੰਨੇ ਕੁ ਪਰਿਵਾਰਾਂ ਤੇ ਅਸਰ ਪਿਆ ਤੁਹਾਨੂੰ? ਬਹੁਤ ਜ਼ਿਆਦਾ ਜੀ। ਆਹ ਦੇਖ ਲਓ 20-25 ਜਣੇ ਤਾਂ ਅਸੀਂ ਆਂਗੇ, ਬਾਕੀ ਹੋਰ ਕੱਲੇ ਭੱਠੇ ਦੇ ਬਾਅਦ 70-70 ਜਣੇ, 60 ਜਣੇ, 40 ਜਣੇ ਕੰਮ ਹੁਣ ਤਕਰੀਬਨ ਕਰ ਰਹੇ ਨੇ ਬੰਦ ਗੇਟ ਦੇ ਵਿੱਚ ਜੀ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਤਾਂ ਜੀ ਰੇਟ ਘਟਣਾ ਚਾਹੀਦਾ ਜੀ, ਕੋਲੇ ਦਾ ਵੀ ਤੇ ਇੱਟਾਂ ਦਾ ਵੀ, ਤਾਂ ਸਾਡਾ ਜਾ ਕੇ ਕੰਮ ਚੱਲੂਗਾ, 2 ਰੁਪਏ ਬਣਨਗੇ ਜੀ। ਸ਼ਹਿਰ ਦੇ ਵਿੱਚ ਜਿਹੜੀਆਂ ਇੱਟਾਂ ਲੋਕ ਮਕਾਨ ਪਾਉਂਦੇ ਨੇ, ਹਾਂਜੀ, ਇੱਟਾਂ ਲੈ ਕੇ ਜਾਂਦੇ ਆ, ਹੁਣ ਤਾਂ ਉਹਨਾਂ ਦੇ ਵੀ ਘਟ ਗਈ ਵਿਕਰੀ। ਉਹਨਾਂ ਦੀ ਵੀ ਘਟੀ ਪਈ। ਇੱਕ ਅੱਧਾ ਹੀ ਗੇੜਾ ਜਾਂਦਾ ਜੀ, ਜਾਂਦਾ ਕਿ ਇੱਕ ਅੱਧੇ ਗੇੜੇ ਨਾਲ ਸਾਨੂੰ 180 ਰੁਪਏ 1000 ਦਿੰਦੇ ਆ ਜੀ। ਤੁਸੀਂ ਆਹ ਦੇਖ ਲਓ ਵੀ 24 ਜਣਿਆਂ ਦਾ ਬਣਨਾ ਕੀ ਹੈ ਇਹ ਇੱਕ ਗੇੜੇ ਚੋਂ। ਪਰਿਵਾਰ ਔਖਾ ਬਹੁਤ ਜ਼ਿਆਦਾ ਕਿਵੇਂ ਕਰਦੇ? ਖਾਣ ਪੀਣ ਦਾ ਜੀ ਦੇਖੋ, ਜਿੰਨੇ ਬਣਦੇ ਆ ਜੀ ਉਰੇ 15 ਦੇ ਹਿਸਾਬ ਹੁੰਦਾ ਜੀ ਕਿਹੜਾ ਬਣਦਾ ਸਾਡਾ। 10 ਦਿਨ ਤਾਂ ਸਾਡਾ ਕੰਮ ਖੜੇ ਨੂੰ ਹੋ ਗਿਆ ਜੀ। संगरूर से गुलजार मल्लिक की खास रिपोर्ट।